Hello, dear student. Good morning. Today we are going to take a pledge before starting our work. Now let's start. Pledge. I, Satvinder Kaur, committed to be vigilant and bear in mind at all times the risks to myself and my colleagues from COVID-19. I promise to take unnecessary precautions that prevent the spread of this deadly virus. I promise to follow and encourage others to follow the key COVID appropriate behaviors, to always wear a mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together we will win this fight against COVID-19. सुनहरी बोली 6th grade चैप्टर नंबर 2nd। ठीक है बच्चे, फर्स्ट चैप्टर थोड़ा कंप्लीट हो गया सी। आज ਆਪਾਂ ਨੈਕਸਟ ਸੈਕੰਡ ਚੈप्टर स्टार्ट करना है। ਸੈਕੰਡ ਹੈ ਚੈप्टर ਬੱਚਿਓ ਰਾਸ ਪੂੰਜੀ। ਆਉਂਦੇ 1-2 ਦਿਨ ਰਹਿੰਦੇ ਅਤੇ ਚਲੇ ਜਾਂਦੇ। ਉਸ ਸਰਾਂ ਦੀ ਸਾਫ ਸੰਭਾਲ ਅਤੇ ਮੁਰੰਮਤ ਲਈ ਕਿਸੇ ਕੋਲ ਵਕਤ ਨਹੀਂ ਸੀ ਅਤੇ ਨਾ ਹੀ ਉਸ ਉੱਪਰ ਕੋਈ ਪੈਸਾ ਖਰਚਣ ਵਾਲਾ ਤਿਆਰ ਸੀ। ਇੱਕ ਵਾਰ ਉਸ ਸਰਾਂ ਵਿੱਚ 2-3 ਦਿਨ ਰਹਿਣ ਲਈ ਇੱਕ ਭਲਾ ਆਦਮੀ ਆਇਆ। ਉਹ ਆਦਮੀ ਬਹੁਤ ਸਾਲ ਪਹਿਲਾਂ ਵੀ ਇੱਕ ਵਾਰੀ 2-3 ਦਿਨ ਉੱਥੇ ਰਹਿ ਚੁੱਕਾ ਸੀ। ਉਦੋਂ ਉਸ ਸਰਾਂ ਦੀ ਹਾਲਤ ਬਹੁਤ ਚੰਗੀ ਹੁੰਦੀ ਸੀ। ਉਸ ਆਦਮੀ ਨੂੰ ਸਰਾਂ ਦੀ ਖਸਤਾ ਹਾਲਤ ਵੇਖ ਕੇ ਬੜੀ ਹੀ ਤਕਲੀਫ ਹੋਈ। ਉਹ ਸਰਾਂ ਨੂੰ ਮੁੜ ਪਹਿਲਾਂ ਵਾਂਗ ਠੀਕ ਠਾਕ ਕਰਨ ਬਾਰੇ ਸੋਚਣ ਲੱਗਾ। ਉਸੇ ਰਾਤ ਅਚਾਨਕ ਤੂਫਾਨ ਆ ਗਿਆ ਤੇ ਬੜੀ ਤੇਜ਼ ਬਾਰਿਸ਼ ਹੋਈ। ਉਹ ਸਰਾਂ ਦੇ ਕੁਝ ਕਮਰਿਆਂ ਦੀਆਂ ਛੱਤਾਂ ਡਿੱਗ ਵੀ ਗਈਆਂ। ਕੁਦਰਤੀ ਉਹਨਾਂ ਕਮਰਿਆਂ ਵਿੱਚ ਕੋਈ ਵੀ ਯਾਤਰੂ ਨਹੀਂ ਠਹਿਰਿਆ ਹੋਇਆ ਸੀ। ਜਦੋਂ ਦੀ ਇਸ ਸਰਾਂ ਦੀ ਹਾਲਤ ਜ਼ਿਆਦਾ ਮਾੜੀ ਹੋਈ, ਉਦੋਂ ਤੋਂ ਇਸ ਵਿੱਚ ਯਾਤਰੂਆਂ ਦਾ ਆਉਣਾ ਜਾਣਾ ਵੀ ਬੜਾ ਘਟ ਗਿਆ ਸੀ। ਬੱਚੇ ਸਰਾਂ ਕੀ ਹੁੰਦੀ ਆ? ਜਦੋਂ ਵੀ ਅਸੀਂ ਕਿਤੇ ਯਾਤਰਾ ਤੇ ਜਾਂਦੇ ਆ, ਠੀਕ ਆ, ਰਸਤੇ ਦੇ ਵਿੱਚ ਇੱਕ ਘਰ ਬਣਿਆ ਹੁੰਦਾ ਜਿਹਦੇ ਵਿੱਚ ਕਮਰੇ ਹੁੰਦੇ ਨੇ। ਇਹ ਸਾਰੇ ਲੋਕਾਂ ਵਾਸਤੇ ਇੱਕ ਰਹਿਣ ਸਥਾਨ ਹੁੰਦਾ। ਇੱਕ ਮਤਲਬ ਕਿ ਜਿੱਥੇ ਲੋਕੀ ਕੀ ਕਰਦੇ ਆ, ਮੀਂਹ ਕਣੀ ਹਨੇਰੀ ਜਾਂ ਜ਼ਿਆਦਾ ਦੇਰ ਹੋ ਜਵੇ, ਰਾਤ ਹੋ ਜਵੇ, ਉੱਥੇ ਰਹਿ ਕੇ ਉਹ ਕੁਛ ਟਾਈਮ ਆਰਾਮ ਕਰਦੇ ਆ। ਉਸ ਜਗ੍ਹਾ ਨੂੰ ਅਸੀਂ ਕੀ ਕਹਿੰਦੇ ਹਾਂ? ਸਰਾਂ ਕਹਿੰਦੇ ਹਾਂ। ਅਗਲੇ ਦਿਨ ਸਵੇਰੇ ਉੱਠ ਕੇ ਉਸ ਭਲੇ ਆਦਮੀ ਨੇ ਸਰਾਂ ਦੇ ਡੱਠੇ ਹੋਏ ਕਮਰੇ ਵੇਖੇ ਤਾਂ ਉਸ ਦੇ ਦਿਲ ਵਿੱਚ ਇੱਕ ਚੀਸ ਜਿਹੀ ਉੱਠੀ। ਉਸ ਨੂੰ ਬਹੁਤ ਤਕਲੀਫ ਹੋਈ ਕਿਉਂਕਿ ਉਹ ਉੱਥੇ ਵੀ ਪਹਿਲਾਂ ਰਹਿ ਚੁੱਕਿਆ ਸੀ, ਪਰੰਤੂ ਹਨੇਰੀ ਤੂਫਾਨ ਆਉਣ ਕਰਕੇ ਜਿਹੜੇ ਉਹਦੇ ਕਮਰੇ ਨੇ ਉਹ ਢਹਿ ਗਏ ਸਨ। ਉਸਨੇ ਉਸੇ ਵਕਤ ਫੈਸਲਾ ਕਰ ਲਿਆ ਸੀ ਕਿ ਉਨੀ ਦੇਰ ਆਰਾਮ ਨਾਲ ਨਹੀਂ ਬੈਠੇਗਾ ਜਿੰਨੀ ਦੇਰ ਉਹ ਇਸ ਸਰਾਂ ਨੂੰ ਢਾਹ ਕੇ ਨਹੀਂ ਬਣਾ ਦਿੰਦਾ। ਉਹਨੂੰ ਪਤਾ ਸੀ ਕਿ ਇਸ ਸਰਾਂ ਦੇ ਨਾਲ ਕਿੰਨੇ ਲੋਕਾਂ ਨੂੰ ਹੈਲਪ ਹੁੰਦੀ ਹੈ। ਠੀਕ ਹੈ, ਸਾਰੇ ਯਾਤਰੀ ਇੱਥੇ ਆਰਾਮ ਕਰਦੇ ਨੇ, ਰਹਿੰਦੇ ਆ। ਉਹ ਵੀ ਖੁਦ ਕਿੰਨੀ ਵਾਰ ਇੱਥੇ ਆ ਕੇ ਗਿਆ ਤੇ ਇੱਥੇ ਕਈ ਵਾਰ ਰਿਹਾ। ਠੀਕ ਹੈ, ਤੇ ਉਹਨੂੰ ਬਹੁਤ ਦੁੱਖ ਹੋਇਆ ਕਿ ਹੁਣ ਇਹਦੇ ਕਮਰੇ ਵੀ ਢਹਿ ਗਏ ਸੀ ਤੇ ਉਸਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਉਨਾ ਚਿਰ ਵੀ ਚੈਨ ਨਾਲ ਨਹੀਂ ਬੈਠੇਗਾ ਜਿੰਨੀ ਦੇਰ ਉਹ ਇਹ ਸਰਾਂ ਨੂੰ ਢਾਹ ਕੇ ਕੀ ਨਹੀਂ ਕਰੇਗਾ, ਦੁਬਾਰਾ ਤੋਂ ਇਸ ਨੂੰ ਬਣਾ ਨਹੀਂ ਲਵੇਗਾ। ਨੈਕਸਟ ਕੀ ਹੋਇਆ ਸੀ ਫਿਰ? ਉਹ ਆਦਮੀ ਸ਼ਹਿਰ ਦੇ ਪਤਵੰਤੇ ਲੋਕਾਂ ਕੋਲ ਗਿਆ ਅਤੇ ਉਹਨਾਂ ਨਾਲ ਸਰਾਂ ਨੂੰ ਨਵੇਂ ਸਿਰਿਓਂ ਬਣਾਉਣ ਲਈ ਆਪਣੀ ਦਿਲ ਦੀ ਗੱਲ ਦੱਸੀ। ਫਿਰ ਉਹ ਸ਼ਹਿਰ ਦੇ ਸਾਰੇ ਲੋਕਾਂ ਕੋਲ ਗਿਆ ਅਤੇ ਲੋਕਾਂ ਨੂੰ ਜਾ ਕੇ ਦੱਸਿਆ ਕਿ ਆਪਾਂ ਜਿਹੜੀ ਉਹ ਸਰਾਂ ਆ ਉਹ ਢਹਿ ਗਈ ਹੈ ਤੇ ਉਹਨੂੰ ਦੁਬਾਰਾ ਬਣਾਉਣਾ। ਇਕੱਠਿਆਂ ਨੇ ਰਲ ਮਿਲ ਕੇ ਸਾਰੇ ਲੋਕਾਂ ਨੇ ਇਸ ਨੇਕ ਕੰਮ ਲਈ ਉਹਨਾਂ ਦਾ ਸਾਥ ਦਿੱਤਾ ਤੇ ਮਦਦ ਦੇਣ ਦਾ ਵਾਅਦਾ ਵੀ ਕੀਤਾ। ਕੁਝ ਦਿਨਾਂ ਵਿੱਚ ਹੀ ਉਹ ਆਦਮੀ ਨੇ ਸਰਾਂ ਦਾ ਇੱਕ ਪਾਸਾ ਬਣਵਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਨਾਲ ਹੀ ਸਾਰੇ ਸ਼ਹਿਰ ਵਿੱਚ ਘਰ ਘਰ ਜਾ ਕੇ ਉਗਰਾਹੀ ਕਰਨੀ ਸ਼ੁਰੂ ਕਰ ਦਿੱਤੀ। ਉਗਰਾਹੀ ਹੁੰਦੀ ਆ ਭਾਵ ਪੈਸੇ ਇਕੱਠੇ ਕਰਨੇ, ਹੈਲਪ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਸਾਰੇ ਸ਼ਹਿਰ ਨੇ ਆਪਣੀ ਵਿੱਤ ਮੁਤਾਬਕ ਭਾਵ ਕਿ ਜਿੰਨੀ ਉਹਨਾਂ ਦੀ ਕਮਾਈ ਸੀਗੀ, ਠੀਕ ਆ, ਆਪਣੀ ਵਿੱਤ ਮੁਤਾਬਕ ਦਾਨ ਕਰਨਾ ਸ਼ੁਰੂ ਕਰ ਦਿੱਤਾ। ਦਿਨਾਂ ਵਿੱਚ ਹੀ ਸਰਾਂ ਦੀ ਉਹ ਸਾਰੀ ਕਹਿੰਦੀ ਅੰਤਲੇ ਪੜਾਅ ਤੇ ਪਹੁੰਚ ਗਈ, ਭਾਵ ਕਿ ਜਿਹੜੀ ਉਹ ਸਰਾਂ ਆ ਦੁਬਾਰਾ ਤੋਂ ਪੂਰੀ ਤਰ੍ਹਾਂ ਬਣਨ ਲਈ ਤਿਆਰ ਸੀ। ਕਹਿੰਦੇ ਹਨ ਕਿ ਹਰੇਕ ਨੇਕ ਨੀਤੀ ਨਾਲ ਕੋਈ ਵੀ ਕੰਮ ਸ਼ੁਰੂ ਕੀਤਾ ਜਾਵੇ ਤਾਂ ਉਹ ਵਧੀਆ ਤੇ ਜਲਦੀ ਹੋ ਜਾਂਦਾ ਹੈ। ਵੇਖਦਿਆਂ ਕੁਝ ਹੀ ਮਹੀਨਿਆਂ ਵਿੱਚ ਹੀ ਸਰਾਂ ਦੀ ਨਵੀਂ ਅਤੇ ਖੂਬਸੂਰਤ ਇਮਾਰਤ ਬਣ ਕੇ ਕੀ ਆ ਸਭ ਲਈ ਤਿਆਰ ਹੋ ਗਈ ਸੀ। ਹੁਣ ਇਮਾਰਤ ਦਾ ਉਦਘਾਟਨ ਕਰਨ ਦਾ ਸਮਾਂ ਆ ਗਿਆ। ਉਦਘਾਟਨ ਵੇਲੇ ਉਹਨਾਂ ਸਾਰੇ ਲੋਕਾਂ ਨੂੰ ਬੁਲਾਇਆ ਜਿਨ੍ਹਾਂ ਨੇ ਇਸ ਵੱਡੇ ਕਾਰਜ ਵਿੱਚ ਆਰਥਿਕ ਜਾਂ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦਿੱਤਾ ਸੀ, ਭਾਵ ਕਿ ਜਿਨ੍ਹਾਂ ਨੇ ਪੈਸਿਆਂ ਦਾ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਸਹਾਇਤਾ ਦਾ ਸਹਿਯੋਗ ਦਿੱਤਾ ਸੀ ਤੇ ਉਹ ਸਾਰੇ ਲੋਕਾਂ ਨੂੰ ਬੁਲਾਇਆ ਗਿਆ। ਭਲੇ ਆਦਮੀ ਨੇ ਸਾਰੇ ਲੋਕਾਂ ਦਾ ਅਤੇ ਇਸ ਮਹਾ ਜੰਗ ਵਿੱਚ ਆਪੋ ਆਪਣਾ ਹਿੱਸਾ ਪਾਉਣ ਦਾ
ਧੰਨਵਾਦ ਕੀਤਾ। ਉਸਨੇ ਕਿਹਾ ਹੁਣ ਇਸ ਸਰਾਂ ਦਾ ਉਦਘਾਟਨ ਸਾਡੇ ਇੱਕ ਬਜ਼ੁਰਗ ਮਾਤਾ ਜੀ ਕਰਨਗੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਦਾਨ ਦਿੱਤਾ ਹੈ। ਇਹ ਕਹਿ ਕੇ ਉਹ ਆਦਮੀ ਸਾਰੀ ਸੰਗਤ ਵਿੱਚ ਬੈਠੇ ਇੱਕ ਕਮਜ਼ੋਰ ਜਿਹੀ ਬਜ਼ੁਰਗ ਮਾਤਾ ਜੀ ਕੋਲ ਗਿਆ, ਉਹਨਾਂ ਦੇ ਪੈਰੀ ਹੱਥ ਲਾਇਆ ਤੇ ਉਹਨਾਂ ਦਾ ਹੱਥ ਫੜ ਕੇ ਉਸ ਥਾਂ ਤੇ ਆਇਆ ਜਿੱਥੇ ਰੀਬਨ ਕੱਟ ਕੇ ਸਰਾਂ ਦਾ ਉਦਘਾਟਨ ਕਰਨਾ ਸੀ। ਸਾਰੇ ਲੋਕ ਵੀ ਉਸ ਦੇ ਪਿੱਛੇ ਪਿੱਛੇ ਆ ਗਏ। ਕਿਹਨੂੰ ਚੁਣਿਆ ਗਿਆ ਸੀ ਬੱਚਿਓ? ਇੱਕ ਬਜ਼ੁਰਗ ਮਾਤਾ ਨੂੰ, ਜੋ ਕਿ ਇਸ ਨਵੀਂ ਬਣੀ ਸਰਾਂ ਦਾ ਕੀ ਕਰਨਾ ਸੀ? ਉਦਘਾਟਨ ਕਰਨਾ ਸੀ। ਮਾਤਾ ਜੀ ਨੇ ਬੜੇ ਫਟੇ ਪੁਰਾਣੇ ਜਿਹੇ ਕੱਪੜੇ ਪਾਏ ਹੋਏ ਸਨ। ਸਾਰੇ ਲੋਕ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸਨ ਕਿ ਇਹ ਮਾਤਾ ਜੀ ਨੇ ਲੱਖਾਂ ਰੁਪਏ ਦਾ ਦਾਨ ਕਿਵੇਂ ਦਿੱਤਾ ਹੋਵੇਗਾ। ਮਾਤਾ ਜੀ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ। ਉਸ ਆਦਮੀ ਨੇ ਸਾਰੇ ਲੋਕਾਂ ਦੀ ਉਤਸੁਕਤਾ ਨੂੰ ਵੇਖਦੇ ਹੋਏ ਕਿਹਾ, ਮਾਤਾ ਜੀ ਨੇ ਆਪਣੇ ਜੀਵਨ ਦੀ ਸਾਰੀ ਪੂੰਜੀ ਭਾਵ ਕਿ ਸਾਰੀ ਕਮਾਈ ਪੈਸਾ ਜੋ ਉਹਨਾਂ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕਰਕੇ ਜੋੜੀ ਸੀ, ਇਹ ਸ਼ੁਭ ਕਾਰਜ ਵਿੱਚ ਲਾ ਦਿੱਤੀ ਹੈ। ਮਾਤਾ ਜੀ ਨੇ ਪੂਰੇ 500 ਰੁਪਏ ਦਾ ਕੀ ਕੀਤਾ ਹੈ? ਦਾਨ ਕੀਤਾ ਹੈ। ਇਹ ਸੁਣ ਕੇ ਉਹ ਲੋਕ ਥੋੜੀ ਜਿਹੀ ਔਖਿਆਈ ਜਿਹੀ ਮਹਿਸੂਸ ਕਰਨ ਲੱਗੇ। ਜਿਨ੍ਹਾਂ ਨੇ ਲੱਖਾਂ ਰੁਪਇਆਂ ਦਾ ਦਾਨ ਦਿੱਤਾ ਸੀ ਉਹਨਾਂ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ, ਭਾਵ ਕਿ ਉਹਨਾਂ ਵਿੱਚ ਗੱਲਾਂ ਹੋਣ ਲੱਗ ਗਈਆਂ ਕਿ ਅਸੀਂ ਸਾਰੇ ਲੋਕਾਂ ਨੇ ਲੱਖਾਂ ਰੁਪਇਆਂ ਦਾ ਦਾਨ ਕੀਤਾ ਤੇ ਇਹ ਜਿਹੜਾ ਭਲਾ ਆਦਮੀ ਹੈ ਮਾਤਾ ਜੀ ਦੇ 500 ਰੁਪਏ ਨੂੰ ਹੀ ਲੱਖਾਂ ਕਹਿ ਰਿਹਾ ਹੈ। ਇਹ ਕੁਸਰ ਮੁਸਰ ਉਸ ਭਲੇ ਆਦਮੀ ਤੱਕ ਪਹੁੰਚ ਗਈ। ਉਹ ਉਹਨਾਂ ਲੋਕਾਂ ਨੂੰ ਸ਼ਾਂਤ ਕਰਨ ਲਈ ਕਹਿਣ ਲੱਗਾ, ਦੋਸਤੋ ਤੁਸੀਂ ਇਸ ਨੇਕ ਕੰਮ ਵਾਸਤੇ ਲੱਖਾਂ ਰੁਪਏ ਦਿੱਤੇ ਹਨ, ਪਰੰਤੂ ਮੇਰੀ ਸੋਚ ਮੁਤਾਬਕ ਇਸ ਬੁੱਢੀ ਮਾਂ ਨੇ 500 ਰੁਪਏ 5 ਲੱਖ ਦੇ ਬਰਾਬਰ ਹਨ। ਕਹਿੰਦੇ ਮੇਰੀ ਸੋਚ ਮੁਤਾਬਕ ਇਹ ਬੁੱਢੀ ਤੇ ਬਜ਼ੁਰਗ ਔਰਤ ਜਿਹੜੀ ਹੈਗੀ ਆ ਉਹਨੇ ਉਹ 500 ਰੁਪਏ ਮੈਨੂੰ ਦਾਨ ਕਰ ਦਿੱਤੇ, ਭਾਵ ਕਿ ਇਸ ਕਾਰਜ ਵਿੱਚ ਲਗਾਏ ਹਨ। ਕਿਉਂਕਿ ਮੈਂ ਜਦੋਂ ਝੋਲੀ ਅੱਡ ਕੇ ਤੁਰੀਆਂ ਸਾਂ ਤਾਂ ਮਾਤਾ ਨੇ ਮੈਨੂੰ ਖੁਦ ਆਵਾਜ਼ ਮਾਰ ਕੇ 500 ਰੁਪਏ ਦਿੱਤੇ ਸੀ। ਕਹਿੰਦਾ ਮੈਂ ਨਹੀਂ ਸੀ ਮਾਤਾ ਜੀ ਤੋਂ ਮੰਗੇ, ਮੈਂ ਬਾਕੀ ਲੋਕਾਂ ਤੋਂ ਕੋਲ ਤਾਂ ਸਹਾਇਤਾ ਲਈ ਗਿਆ ਸੀ, ਪਰੰਤੂ ਇਹ ਬੁੱਢੀ ਬਜ਼ੁਰਗ ਮਾਤਾ ਨੇ ਮੈਨੂੰ ਖੁਦ ਆਪਣੇ ਕੋਲ ਬੁਲਾਇਆ ਸੀ। ਭਾਵੇਂ ਮੈਂ ਬਥੇਰਾ ਕਿਹਾ ਕਿ ਉਹ ਥੋੜੇ ਰੁਪਏ ਦੇ ਦੇਣ, ਪਰ ਮਾਤਾ ਜੀ ਨੇ ਮੇਰੀ ਇੱਕ ਨਾ ਸੁਣੀ। ਬਸ ਮਾਤਾ ਜੀ ਨੇ ਇਹਨਾਂ ਪੈਸਿਆਂ ਨਾਲ ਅਜਿਹੀ ਜਾਗ ਲੱਗੀ ਕਿ ਲੱਖਾਂ ਰੁਪਏ ਕੁਝ ਹੀ ਦਿਨਾਂ ਵਿੱਚ ਇਕੱਠੇ ਹੋ ਗਏ, ਕਿ ਮਾਤਾ ਜੀ ਦੇ ਪੈਸਿਆਂ ਨੇ ਇੰਨੀ ਬਰਕਤ ਹੋਈ ਕਿ ਬਾਅਦ ਵਿੱਚ ਮੇਰੇ ਕੋਲ ਲੱਖਾਂ ਪੈਸੇ ਇਕੱਠੇ ਹੋ ਗਏ। ਇਸ ਤਰ੍ਹਾਂ ਮੈਂ ਤਾਂ ਕਹਾਂਗਾ ਕਿ ਸਾਨੂੰ ਇਸ ਬਜ਼ੁਰਗ ਮਾਤਾ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਨੇ ਮਿਹਨਤ ਕਰ ਕਰਕੇ ਆਪਣੀ ਸਾਰੀ ਰਾਸ ਪੂੰਜੀ ਇਸ ਨੇਕ ਕੰਮ ਵਿੱਚ ਲਗਾ ਦਿੱਤੀ। ਨੈਕਸਟ ਕੀ ਸੀਗਾ ਬੱਚਿਓ? ਕਹਿੰਦੇ ਹਾਲੇ ਉਸ ਨੇਕ ਬੰਦੇ ਨੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਪੂਰਾ ਥਾਲ ਜਿਹੜਾ ਹੈਗਾ ਤਾੜੀਆਂ ਨਾਲ ਗੂੰਜ ਉੱਠਿਆ ਸੀ। ਹੁਣ ਸਾਰਿਆਂ ਨੂੰ ਉਸ ਮਾਤਾ ਦੇ ਗਰਵ ਹੋ ਰਿਹਾ ਸੀ। ਸਾਰੇ ਬਾਰੋ ਬਾਰੀ ਉਹਨਾਂ ਦੇ ਉਹ ਮਾਤਾ ਜੀ ਤੋਂ ਕੀ ਲੈ ਰਹੇ ਸਨ? ਆਸ਼ੀਰਵਾਦ ਲੈ ਰਹੇ ਸਨ। ਅੱਗੇ ਬੱਚਿਓ ਇਹਦੇ ਹੈਗੇ ਨੇ ਸ਼ਬਦ ਅਰਥ। ਤੁਹਾਨੂੰ ਹੁਣ ਇਹ ਪੂਰੀ ਕਹਾਣੀ ਸਮਝ ਆ ਗਈ ਹੋਵੇਗੀ ਕਿ ਇਸ ਕਹਾਣੀ ਵਿੱਚ ਕਵੀ ਨੇ ਕੀ ਕਿਹਾ ਹੈ ਕਿ ਸਾਨੂੰ ਹਮੇਸ਼ਾ ਨੇਕ ਰਸਤੇ ਤੇ ਚੱਲਣਾ ਚਾਹੀਦਾ ਹੈ, ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ, ਹਰ ਇੱਕ ਦੀ ਹੈਲਪ ਕਰਨੀ ਚਾਹੀਦੀ ਹੈ। ਜਿਹੜੀਆਂ ਢੇਰੂ ਜਾਂ ਇਦਾਂ ਦੇ ਸਥਾਨ ਹੁੰਦੇ ਨੇ ਉਹਨਾਂ ਦੀ ਸਾਨੂੰ ਦੁਬਾਰਾ ਤੋਂ ਮੁਰੰਮਤ ਕਰਵਾਉਣੀ ਚਾਹੀਦੀ ਹੈ ਆਪਣੇ ਵੱਡੇ ਬਜ਼ੁਰਗਾਂ ਦੀ ਸਹਾਇਤਾ ਲੈ ਕੇ। ਠੀਕ ਹੈ। ਅੱਗੇ ਬੱਚੋ ਹੈਗੇ ਨੇ ਸ਼ਬਦ ਅਰਥ। ਵਕਤ ਨੂੰ ਅਸੀਂ ਕੀ ਕਹਿੰਦੇ ਹਾਂ? ਸਮਾਂ। ਖਸਤਾ, ਬਹੁਤ ਮਾੜੀ ਹਾਲਤ। ਚੀਜ਼, ਉੱਠਣੀ, ਬਹੁਤ ਦੁੱਖ ਹੋਣਾ। ਉਗਰਾਹੀ ਕਰਨੀ, ਪੈਸੇ ਇਕੱਠੇ ਕਰਨੇ। ਆਰਥਿਕ, ਪੈਸੇ ਧੇਲੇ ਪੱਖੋਂ। ਪੂੰਜੀ, ਜਾਇਦਾਦ। ਜਾਗ ਲੱਗਣੀ, ਵਾਧਾ ਹੋਣਾ, ਗਰਵ ਹੋਣਾ, ਮਾਣ ਹੋਣਾ। ਭਲਾ, ਨੇਕ। ਤਕਲੀਫ ਹੋਣਾ, ਦੁਖੀ ਹੋਣਾ। ਪਤਵੰਤੇ, ਮਸ਼ਹੂਰ। ਵਿੱਤ ਮੁਤਾਬਕ ਜਾਂ ਹੈਸੀਅਤ ਮੁਤਾਬਕ। ਉਤਸੁਕਤਾ, ਕੁਝ ਜਾਣਨ ਦੀ ਇੱਛਾ ਹੋਣੀ। ਕੁਸਰ ਮੁਸਰ ਹੋਣਾ, ਹੌਲੀ ਹੌਲੀ ਗੱਲਾਂ ਕਰਨੀਆਂ। ਸ਼ੁਕਰਗੁਜ਼ਾਰ, ਬਹੁਤ ਧੰਨਵਾਦੀ ਹੋਣਾ। ਚਲੋ ਆਪਾਂ ਇਹਨਾਂ ਦੇ ਲਾਸਟ ਸ਼ਬਦ MCQs ਵੀ ਲਰਨ ਕਰ ਲੈਂਦੇ ਹਾਂ। ਬਾਕੀ ਦਾ ਜਿਹੜਾ ਬੁੱਕ ਵਰਕ ਤੇ ਕੁਐਸਚਨਸ ਰਹਿ ਗਏ ਉਹ ਆਪਾਂ ਸੈਕਿੰਡ AV ਦੇ ਵਿੱਚ ਕਰਾਂਗੇ ਤੇ ਰਿਟਨ ਦੇ ਵਿੱਚ। MCQs ਹੈਗੇ, ਸਰਾ ਕੀ ਹੁੰਦੀ ਹੈ? ਜੰਜਕਰ ਹੁੰਦੀ ਹੈ ਇੱਕ ਬੰਦੇ ਦੀ ਧਰਮਸ਼ਾਲਾ, ਹੋਟਲ ਜਾਂ ਸਾਂਝੀ ਧਰਮਸ਼ਾਲਾ। ਕੀ ਹੁੰਦੀ ਹੈ? ਸਾਂਝੀ ਧਰਮਸ਼ਾਲਾ। ਉਹ ਆਦਮੀ ਪੈਸੇ ਇਕੱਠੇ ਕਰਨ ਲਈ ਕਿਹਨਾਂ ਕੋਲ ਗਿਆ ਸੀ? ਕਿਹਨਾਂ ਕੋਲ ਗਿਆ ਸੀ? ਸ਼ਹਿਰ ਦੇ ਪਤਵੰਤੇ ਲੋਕਾਂ ਕੋਲ। ਨੈਕਸਟ ਹੈ ਉਸ ਸਰਾਂ ਦਾ ਉਦਘਾਟਨ ਕਿਸ ਕੋਲੋਂ ਕਰਵਾਇਆ ਗਿਆ ਸੀ? ਇੱਕ ਬਜ਼ੁਰਗ ਮਾਤਾ ਜੀ ਕੋਲੋਂ। ਮਾਤਾ ਜੀ ਨੇ ਸਰਾਂ ਲਈ ਕਿੰਨਾ ਦਾਨ ਦਿੱਤਾ ਸੀ? 500 ਰੁਪਏ। ਮਾਤਾ ਜੀ ਨੇ ਕਿਹੋ ਜਿਹੀ ਕਮਾਈ ਵਿੱਚ ਪੈਸੇ ਦਿੱਤੇ ਸਨ? ਮਿਹਨਤ ਦੀ।
ਬੱਚਿਓ ਇਹ ਸੀ ਕਿ ਅੱਜ ਦੀ ਤੁਹਾਡੀ ਇਹ ਵੀ ਤੁਸੀਂ ਇਸ ਚੈਪਟਰ ਨੂੰ ਦੁਬਾਰਾ ਤੋਂ ਚੰਗੀ ਤਰ੍ਹਾਂ ਦੇਖਣਾ ਤੇ ਇਹਦੇ ਜਿਹੜੇ MCQs ਟਰੂ ਫਾਲਸ ਬਲੈਂਕਸ ਵਗੈਰਾ ਹੈਗੀਆਂ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਲਰਨ ਕਰਨਾ। ਥੈਂਕਸ, ਹੈਵ ਅ ਨਾਈਸ ਡੇ।